ਸੋ ਅਗਲਾ ਜੋ ਬਚਨ ਹੈ ਸਾਹਿਬ ਦਾ, ਗੁਰਬਾਣੀ ਦੇ ਅੰਦਰ ਫਰਮਾਨ ਹੈ, ਸਹਿਸ ਸਿਆਣਪਾਂ ਲੱਖ ਹੋਇ ਤਾਂ ਇੱਕ ਨਾ ਚੱਲੈ ਨਾਲ। ਹੁਣ ਉਹਨਾਂ ਦੀ ਵਿਚਾਰ ਕਰਦੇ ਆ ਪਾਤਸ਼ਾਹ ਕਿ ਜਿਹੜਾ ਪੰਡਤ ਹੈ ਜਾਂ ਵਿਦਵਾਨ ਹੈ, ਜੋ ਕਹਿੰਦੇ ਆ ਵੀ ਸਿਆਣਪ ਬਹੁਤ ਜ਼ਰੂਰੀ ਹੈ, ਵੀ ਸਿਆਣਪਾਂ ਦੇ ਨਾਲ ਹੀ ਇਹ ਸਾਰਾ ਸੰਸਾਰ ਦੇ ਵਿੱਚ ਚੱਲਿਆ ਜਾ ਸਕਦਾ ਹੈ। ਸੋ ਆਪਣੀ ਸਿਆਣਪ ਦੇ ਦੁਆਰਾ ਹੀ ਦੂਸਰਿਆਂ ਨੂੰ ਧਰਮ ਦੀ ਵਿਆਖਿਆ ਕਰਕੇ ਦੱਸਦੇ ਆ। ਪਰ ਉਹਨਾਂ ਦੀ ਜਿਹੜੀ ਸਿਆਣਪ ਹੈ ਉਹਦੇ ਅੰਦਰ ਵੀ ਕੁਛ ਲਾਲਚ ਹੈ, ਜਿਹਦੇ ਕਰਕੇ ਪਾਤਸ਼ਾਹ ਨੇ ਉਹਨਾਂ ਨੂੰ ਵਰਜਿਆ। ਸਿਆਣਪ ਤੋਂ ਨਹੀਂ ਵਰਜਿਆ, ਸਿਆਣਪ ਹੋਣੀ ਬਹੁਤ ਜ਼ਰੂਰੀ ਹੈ, ਪਰ ਸਿਆਣਪ ਦੇ ਅੰਦਰ ਲਾਲਚ ਰੱਖਣਾ, ਲੋਭ ਰੱਖਣਾ, ਕਿਸੇ ਦਾ ਜੀਵਨ ਖਰਾਬ ਕਰਨਾ, ਉਸ ਗੱਲ ਤੋਂ ਪਾਤਸ਼ਾਹ ਨੇ ਰੋਕਿਆ ਕਿ ਜੇ ਤੁਹਾਡੇ ਉੱਪਰ ਕਿਰਪਾ ਹੈ, ਤੁਹਾਡੇ ਕੋਲ ਸੋਝੀ ਹੈ, ਤਾਂ ਤੁਸੀਂ ਕਿਸੇ ਦਾ ਜੀਵਨ ਖਰਾਬ ਨਾ ਕਰੋ। ਉਨੀ ਸੋਝੀ ਉਹਨੂੰ ਦਿਓ ਜਿੰਨੀ ਹੈ। ਤਾਂ ਪਾਤਸ਼ਾਹ ਨੇ ਲਿਖਿਆ ਸਹਿ ਸਿਆਣਪਾਂ ਲੱਖ ਹੋਏ। ਕਹਿੰਗੇ ਤੁਹਾਡੇ ਕੋਲ ਜਿੰਨੀਆਂ ਮਰਜ਼ੀ ਸਿਆਣਪਾਂ ਹੋਣ, ਸੈਂਕੜੇ ਹੀ ਤੁਹਾਡੇ ਕੋਲ ਸਿਆਣਪਾਂ ਹੋਣ, ਸਹਿਸ ਸਿਆਣਪਾਂ ਲੱਖ ਹੋਏ, ਭਾਵ ਕਿ ਤੁਸੀਂ ਉਸ ਅਸਲ ਸਿਆਣਪ ਨੂੰ ਨਹੀਂ ਬੁੱਝ ਸਕਦੇ। ਸਿਆਣਪ ਵੀ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਤਾਂ ਹੁੰਦੀ ਹੈ ਕਿਸੇ ਦਾ ਭਲਾ ਕਰਨ ਵਾਸਤੇ, ਇੱਕ ਸਿਆਣਪ ਹੁੰਦੀ ਹੈ ਕਿਸੇ ਦਾ ਬੁਰਾ ਕਰਨ ਵਾਸਤੇ। ਬੁਰਾ ਕਰਨ ਵਾਸਤੇ ਵੀ ਸਿਆਣਪ ਵਰਤੀ ਜਾਂਦੀ ਹੈ, ਅਕਲ ਦਾ ਲੋੜ ਪੈਂਦੀ ਹੈ। ਦੋਨੇ ਉਹ ਕਹਿੰਦਾ ਮੈਂ ਬਹੁਤ ਸਿਆਣਾ। ਜਿਹੜਾ ਹੁਣ ਕੋਈ ਚੋਰੀ ਕਰਦਾ ਉਹ ਵੀ ਤਾਂ ਸਿਆਣਪ ਹੀ ਵਰਤਦਾ ਕਿ ਇਸ ਤਰੀਕੇ ਨਾਲ ਆਪਾਂ ਚੋਰੀ ਕਰਾਂਗੇ। ਇੱਕ ਬੰਦਾ ਉਹ ਹੈ ਜਿਹੜਾ ਚੋਰੀ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰਦਾ, ਉਹ ਵੀ ਸਿਆਣਪ ਹੀ ਵਰਤਦਾ। ਇੱਕ ਜੀਵ ਹੈ ਜਿਹੜਾ ਸਰੀਰ ਨੂੰ ਬਚਾਉਣ ਲਈ ਸਿਆਣਪ ਵਰਤਦਾ, ਇੱਕ ਜੀਵ ਹੈ ਜਿਹੜਾ ਆਤਮਾ ਨੂੰ ਬਚਾਉਣ ਲਈ ਸਿਆਣਪ ਵਰਤਦਾ। ਦੋਨੇ ਹੀ ਨੇ। ਲੱਖ ਹੋਇਆ, ਕਹਿੰਦੇ ਬੁੱਝਣਾ ਪੈਂਦਾ ਹੈ ਸਾਰਾ ਕੁਝ, ਤਾਂ ਇੱਕ ਨਾ ਚੱਲੇ ਨਾਲ। ਕਹਿੰਦੇ ਇੱਕ ਹੈ ਜਿਹੜਾ ਉਹ ਨਾਲ ਨਹੀਂ ਜਾਂਦਾ, ਭਾਵ ਕਿ ਜਿੰਨੀਆਂ ਵੀ ਮਾਇਆ ਦੀਆਂ ਸਿਆਣਪਾਂ ਤੂੰ ਹੈ ਮੇਰੇ ਮਨਾ ਵਰਤੇਗਾ, ਉਹਨਾਂ ਦੇ ਵਿੱਚੋਂ ਇੱਕ ਵੀ ਸਿਆਣਪ ਮਾਇਆ ਦੀ ਉਹ ਤੇਰੇ ਨਾਲ ਨਹੀਂ ਜਾਣੀ, ਔਰ ਅੱਜ ਤੱਕ ਕਿਸੇ ਨਾਲ ਗਈ ਨਹੀਂ। ਗੁਰਬਾਣੀ 'ਚ ਹੀ ਫਰਮਾਨ ਹੈ, ਸਭੇ ਬੁੱਧੀ ਜਾਲੀਅਨ ਇੱਕ ਰਹਿ ਤਤ ਗਿਆ, ਕਿ ਜਿੰਨੀਆਂ ਵੀ ਸਿਆਣਪਾਂ ਨੇ ਉਹ ਨਾਲ ਨਹੀਂ ਜਾਂਦੀਆਂ। ਬੰਦਾ ਸੋਚਦਾ ਰਹਿੰਦਾ ਤੇ ਸੋਚ ਹੀ ਜਾਂਦਾ ਤੇ ਉਹਨੂੰ ਮੰਨੀ ਵੀ ਜਾਂਦਾ, ਸੋ ਸਾਰਾ ਕੁਝ ਇੱਥੇ ਰਹਿ ਜਾਂਦਾ। ਜਦੋਂ ਸਰੀਰ ਇੱਥੇ ਰਹਿ ਜਾਣਾ, ਕਿਉਂਕਿ ਦਿਮਾਗ ਦੇ ਨਾਲ ਹੀ ਸਾਰੀਆਂ ਸਿਆਣਪਾਂ ਸੋਚੀਆਂ, ਵਿਚਾਰਿਆ ਹਿਰਦੇ 'ਚ ਜਾਂਦਾ, ਸੋਚਿਆ ਦਿਮਾਗ ਨਾਲ ਜਾਂਦਾ। ਗੁਰਮੁਖ ਹਿਰਦੇ ਨਾਲ ਵਿਚਾਰਦਾ, ਜਾਗਰਤ ਅਵਸਥਾ ਵਿੱਚ ਵਿਚਾਰਦਾ। ਹੇ ਮੇਰੇ ਮਨਾ ਤੂੰ ਦਿਮਾਗ ਨਾਲ ਸੋਚਦਾ ਔਰ ਸੁੱਤਾ ਪਿਆ ਸੋਚਦਾ, ਤੇ ਸੁੱਤਾ ਪਿਆ ਫਿਰ ਜੋ ਸੋਚੇਗਾ ਤੇ ਉਹ ਤਾਂ ਸੁਪਨਾ ਹੀ ਹੈ। ਸੁਪਨੇ ਵਿੱਚ ਕੁਛ ਵੀ ਤੂੰ ਇਕੱਠਾ ਕਰ ਲਵੇਂ ਉਹ ਨਾਲ ਨਹੀਂ ਜਾਣਾ, ਪਰ ਜਦੋਂ ਤੂੰ ਜਾਗੇਗਾ ਤਾਂ ਨਾਲ ਜਾਊਗਾ। ਏਕਸ ਹਰ ਕੇ ਨਾਮ ਬਿਨ ਅੱਗੇ ਲਈ ਆਖੋ, ਕਿ ਜੇ ਤੂੰ ਨਾਮ ਤੋਂ ਬਿਨਾਂ ਕੋਈ ਵੀ ਵਸਤੂ ਲੈ ਕੇ ਗਿਆ, ਜਿਵੇਂ ਇਸ ਸੰਸਾਰ ਦੇ ਅੰਦਰ ਤੈਨੂੰ ਕੋਈ ਵੀ ਵਸਤੂ ਪ੍ਰਾਪਤ ਕਰਨੀ ਹੋਵੇ, ਤੈਨੂੰ ਪੈਸਿਆਂ ਦੀ ਲੋੜ ਹੈ। ਪੈਸਾ ਦੇਵੇਂਗਾ ਤਾਂ ਸੰਸਾਰੀ ਵਸਤੂ ਮਿਲੂਗੀ। ਜੇ ਜੋ ਸੰਸਾਰ ਦੇ ਵਿੱਚ ਤੂੰ ਕਹੇ ਵੀ ਮੇਰੇ ਤੋਂ ਨਾਮ ਲੈ ਲਓ, ਮੈਨੂੰ ਵਸਤੂ ਦੇ ਦਿਓ, ਉਹ ਨਹੀਂ ਦਿੰਦੇ। ਇਸੇ ਤਰ੍ਹਾਂ ਦਰਗਾਹ ਦੇ ਅੰਦਰ ਉੱਥੇ ਨਾਮ ਚਾਹੀਦਾ, ਉੱਥੇ ਮਾਇਆ ਨਹੀਂ ਜਾਂਦੀ। ਉਹ ਕਹਿੰਦੇ ਨਾਮ ਦਿਖਾ, ਤੇ ਜੇ ਨਾਮ ਹੋਊਗਾ ਤਾਂ ਵਸਤੂ ਮਿਲਣੀ ਹੈ, ਭਾਵ ਕਿ ਥਾਂ ਮਿਲਣੀ ਹੈ। ਤੇ ਜੇ ਨਾਮ ਹੀ ਨਹੀਂ ਹੈ ਤੇ ਫਿਰ ਵਸਤੂ ਵੀ ਨਹੀਂ ਹੈ, ਫਿਰ ਥਾਂ ਵੀ ਨਹੀਂ ਮਿਲਦੀ। ਸੋ ਇਹ ਮੇਰੇ ਮਨ ਇਸ ਗੱਲ ਨੂੰ ਬਹੁਤ ਬਰੀਕੀ ਨਾਲ ਵਿਚਾਰ ਕੇ ਚੱਲੀ।
ਕਿ ਇੱਕ ਸਹਰ ਕੇ ਨਾਮ ਬਿਨ, ਨਾਮ ਤੋਂ ਬਿਨਾਂ ਉਹਨਾਂ ਨੇ ਸਾਰਾ ਕੁਝ ਹੀ ਖੋਹ ਲੈਣਾ। ਅੱਗੇ ਲਈਏ ਉਹਨਾਂ ਨੇ ਇੱਥੇ ਰੱਖ ਦਿਓ ਜੀ, ਤੁਸੀਂ ਇਹ ਚੀਜ਼ ਅੱਗੇ ਨਹੀਂ ਲਿਜਾ ਸਕਦੇ। ਫਿਰ ਮਨਾ ਕੀ ਕਰੇਗਾ? ਉੱਥੇ ਕਿਹੜਾ ਕਿਸੇ ਨੇ ਵੀ ਤੇਰੀ ਬਾਤ ਪੁੱਛਣੀ ਹੈ? ਥਾਉ ਨਾ ਹੋ ਵੀ ਪਾਉਂਦੀ ਹੁਣ ਸੁਣੀਏ ਕਿਆ ਰੂ ਆਇਆ। ਉੱਥੇ ਜਿੰਨਾ ਮਰਜ਼ੀ ਸੁਣੀ ਰੋਈ ਚੱਲੀ, ਕਿਸੇ ਨੇ ਨਹੀਂ ਸੁਣਨਾ। ਬਾਤ ਨਾ ਪੁੱਛੇ ਕਿ ਉੱਥੇ ਕੋਈ ਬਾਤ ਨਹੀਂ ਪੁੱਛਦਾ। ਇੱਥੇ ਜ਼ਰੂਰ ਹੈ, ਜਿੰਨਾ ਚਿਰ ਮਿਰਤ ਲੋਕ ਦੇ ਵਿੱਚ ਤੇਰੇ ਕੋਲ ਸਰੀਰ ਹੈ, ਇਹਦੇ ਵਿੱਚ ਤੂੰ ਸਾਰਾ ਕੁਝ ਕਰ ਸਕਦਾ ਹੈ। ਅੰਗ 133 ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਇੱਕ ਸਹਰ ਕੇ ਨਾਮ ਬਿਨ ਅੱਗੇ ਲਈਏ ਖੋ। ਅੰਗ 17 ਉੱਪਰ ਪਾਤਸ਼ਾਹ ਕਹਿੰਦੇ ਆ, ਖੇਹੂ ਖੇਰ ਲਾਈ ਹੈ ਤਾਂ ਜੀਓ ਕਿਹਾ ਹੋਏ, ਜਲੀਏ ਸਭ ਸਿਆਣਪਾ ਉੱਠੀ ਚੱਲਿਆ ਰੋਏ, ਨਾਨਕ ਨਾਮ ਵਿਸਾਰਿਆ ਦਰ ਗਿਆ ਕਿਆ ਹੋਏ। ਖੇਹੂ ਖੇਰ ਲਾਈ ਹੈ ਤਾਂ ਜੀਓ ਕਿਹਾ ਹੋਏ। ਕਹਿੰਦੇ ਹੁਣ ਜਿਹੜੀ ਖੇ ਹੈ, ਖੇ ਨੂੰ ਖੇ ਚ ਰਲਾ ਦੋਗੇ, ਉਹਦਾ ਕੀ ਮੁੱਲ ਹੈ? ਆ ਬਾਹਰਲਾ ਸਰੀਰ ਮਿੱਟੀ ਹੈ, ਇਹਨੇ ਇੱਥੇ ਹੀ ਰਹਿ ਜਾਣਾ। ਤਾਂ ਜੀਓ ਕਿਹਾ, ਕਹਿੰਦੇ ਜਿਹੜਾ ਜੀਓ ਹੈ, ਜਿਹਦਾ ਇਹ ਸਰੀਰ ਸੀ, ਉਹਦਾ ਕੀ ਹੋਊਗਾ? ਉਹ ਕਿਹੋ ਜਿਹਾ ਹੋਊਗਾ? ਜਿਹਦੀ ਸੁਰਤ ਹਰ ਵੇਲੇ ਹੀ ਮਾਇਆ 'ਚ ਫਸੀ ਹੋਈ ਹੈ, ਉਹਦਾ ਰੂਪ ਵੀ ਮਾਇਆ ਦਾ ਹੀ ਹੋਊਗਾ। ਜਿਹਦੀ ਸੁਰਤ ਹਰ ਵੇਲੇ ਨਾਮ 'ਚ ਹੈ, ਉਹਦਾ ਸਰੂਪ ਵੀ ਨਾਮ ਦਾ ਹੀ ਹੋਊਗਾ। ਜੈਸਾ ਸੇਵੇ ਤੈਸਾ ਹੋਏ, ਉਹਨੇ ਉਸੇ ਤਰ੍ਹਾਂ ਦਾ ਹੀ ਹੋ ਜਾਣਾ। ਜੇ ਇਹ ਮੇਰੇ ਮਨਾ ਤੇਰੇ ਅੰਦਰ ਭੁੱਖ ਹੋਵੇ ਨਾਮ ਦੀ, ਆਪਣਾ ਸਰੂਪ ਜਾਣਨ ਦੀ, ਫਿਰ ਤੂੰ ਆਪਣਾ ਸਰੂਪ ਜਾਣ ਲਏਗਾ। ਤੇ ਜੇ ਤੇਰੇ ਅੰਦਰ ਭੁੱਖ ਹੈ ਕਿਸੇ ਦਾ ਸਰੂਪ ਜਾਣਨਾ, ਕਿਸੇ ਦਾ ਧਿਆਨ ਕਰਨਾ, ਫਿਰ ਤੂੰ ਉਹਦੇ ਵਰਗਾ ਬਣੇਗਾ। ਇਹ ਹੁਣ ਤੂੰ ਸਵੈਮ ਆਪਣੇ ਅੰਦਰ ਝਾਤੀ ਮਾਰੇ ਵੀ ਤੂੰ ਕਿਹਦੇ ਵਰਗਾ ਬਣਨਾ। ਕਿਉਂਕਿ ਗੁਰਬਾਣੀ ਨੇ ਤਾਂ ਵਚਨ ਕਰਤਾ, ਜੈਸਾ ਸੇਵੇ ਤੈਸਾ, ਵੀ ਜਿਹੋ ਜਿਹਾ ਤੂੰ ਸੇਵੇਂਗਾ ਉਸ ਤੇ ਬਣ ਜਾਣਾ। ਤਾਂ ਹੀ ਉੱਥੇ ਪਾਤਸ਼ਾਹ ਨੇ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ, ਸਾਰਾ ਕੁਝ ਉਸ 'ਚ ਲਿਖਿਆ ਹੋਇਆ ਕਿ ਤੇਰੇ ਤੇ ਗੱਲ ਖੜੀ ਹੈ, ਤੂੰ ਕਿੱਧਰ ਨੂੰ ਚੱਲਣਾ ਹੈ। ਉਹ ਜੇ ਰਿਜ਼ਲਟ ਹੈ ਨਾ, ਜੈਸਾ ਤੂੰ ਪੇਪਰ 'ਚ ਲਿਖ ਦੇਗਾ, ਟੀਚਰ ਨੇ ਤਾਂ ਉਹਨੂੰ ਉਸੇ ਤਰ੍ਹਾਂ ਦਾ ਰਿਜ਼ਲਟ ਬਣਾ ਕੇ ਦੇ ਦੇਣਾ ਹੈ। ਜਲੀਏ ਸਭ ਸਿਆਣਪਾ ਉੱਠੀ ਚੱਲਿਆ ਰੋਏ। ਕਹਿੰਦੇ ਜਿੰਨੀਆਂ ਵੀ ਸਿਆਣਪਾਂ ਨੇ ਤੇਰੇ ਕੋਲ, ਉਹ ਸਾਰੀਆਂ ਹੀ ਜਾਲੀਆਂ ਜਾਣੀਆਂ ਨੇ, ਕਿਉਂਕਿ ਸਰੀਰ ਨੇ ਜਲਣਾ ਤੇ ਸਰੀਰ ਨਾਲ ਸਿਆਣਪ ਵੀ ਜਲਣੀ ਹੈ। ਜੋਤ ਤਾਂ ਜਲਦੀ ਨਹੀਂ ਹੈ, ਔਰ ਜੋਤ ਕੋਲ ਮਾਇਆ ਦੀ ਸਿਆਣਪ ਨਹੀਂ ਜਾਂਦੀ। ਉੱਥੇ ਤਾਂ ਸੱਚੀ ਸਿਆਣਪ ਜਾਂਦੀ ਹੈ। ਜੇ ਸੱਚੀ ਸਿਆਣਪ ਹੋਵੇ ਤਾਂ ਜਾਂਦੀ ਹੈ, ਨਹੀਂ ਤਾਂ ਨਹੀਂ ਜਾਂਦੀ। ਤਾਂ ਹੀ ਇਹਨੂੰ ਦੁਬਾਰਾ ਫੇਰ ਸਰੀਰ ਮਿਲ ਜਾਂਦਾ, ਕਿਉਂਕਿ ਸੁੱਤਾ ਹੀ ਰਹਿੰਦਾ, ਸੁੱਤਾ ਹੀ ਚਲਾ ਜਾਂਦਾ, ਤੇ ਸੁੱਤੇ ਨੂੰ ਹੀ ਦੁਬਾਰਾ ਫੇਰ ਸੁਪਨਾ ਟੁੱਟਦਾ ਨਹੀਂ ਹੈ। ਜਿਵੇਂ ਇੱਕ ਸੁੱਤੇ ਪਏ ਬੱਚੇ ਨੂੰ ਚੱਕ ਕੇ ਦੂਜੇ ਕਮਰੇ 'ਚ ਆਪਾਂ ਲੈ ਜਾਈਏ, ਉਹਨੂੰ ਕੀ ਪਤਾ ਮੈਨੂੰ ਕਦੋਂ ਲੈ, ਉਹਨੂੰ ਉੱਠੇ ਤੋਂ ਪਤਾ ਲੱਗੂ ਮੈਂ ਸੁੱਤਾ ਕਿਤੇ ਹੋਰ ਸੀ, ਹੁਣ ਕਿਤੇ ਹੋਰ ਆ। ਪਰ ਜੇ ਉਹ ਉੱਠੇ, ਹੇ ਮੇਰੇ ਮਨਾ, ਜੇ ਤੂੰ ਜਾਗੇ, ਜੇ ਤੂੰ ਜਾਗਣਾ ਹੀ ਨਹੀਂ, ਫਿਰ ਤਾਂ ਤੂੰ ਸੁੱਤਾ ਹੀ ਹੈ। ਫਿਰ ਤਾਂ ਭਾਵੇਂ ਕੋਈ ਮਰਜ਼ੀ ਸਰੀਰ ਹੋਵੇ ਤੇਰੇ ਕੋਲ। ਜਲੀਏ ਸਭ ਸਿਆਣਪਾ ਉੱਠੀ ਚੱਲਿਆ ਰੋਏ, ਨਾਨਕ ਨਾਮ ਵਿਸਾਰੇ ਧਰ ਗਿਆ ਕਿਆ ਹੋਏ। ਨਾਨਕ ਜੀ ਪਾਤਸ਼ਾਹ ਕਹਿੰਦੇ, ਨਾਮ ਮੀ ਵਿਸਾਰੇ, ਕਿ ਜਿਹੜਾ ਨਾਮ ਤੂੰ ਪ੍ਰਾਪਤ ਕਰਨ ਵਾਸਤੇ ਆਇਆ ਸੀ, ਉਹ ਤਾਂ ਤੂੰ ਵਿਸਾਰ ਹੀ ਦਿੱਤਾ। ਜਿਹੜਾ ਕਾਰਜ ਸਵਾਰਨ ਵਾਸਤੇ ਸੀ, ਤਾਂ ਕਾਰਜ ਹੀ ਨਹੀਂ ਸਵਾਰਿਆ, ਉਹ ਤਾਂ ਵਿਸਾਰਿਆ ਹੋਇਆ। ਦਰ ਗਿਆ ਕਿਆ ਹੋਏ, ਕਹਿੰਦੇ ਫਿਰ ਦਰ ਤੇ ਜਾ ਕੇ ਕੀ ਕਰੇਗਾ? ਪਤਾ ਹੀ ਨਹੀਂ ਵੀ ਦਰ ਤੇ ਜਾ ਕੇ ਕਰਨਾ ਕੀ ਹੈ, ਫਿਰ ਕੀ ਕਰੇਗਾ? ਜੀਵਨ ਵਿਅਰਥ ਹੈ। ਅੰਗ 392 ਦੇ ਉੱਪਰ ਪਾਤਸ਼ਾਹ ਕਹਿੰਦੇ, ਮਨ ਤਨ ਲਾਗੈ ਹੋਏ ਕਮੀਠੀ, ਗੁਰ ਪ੍ਰਸਾਦ ਮੈਂ ਖੋਟੀ ਡਿੱਠੀ। ਜਦੋਂ ਮਨ ਤਨ ਲਾਗੈ ਹੋਏ ਕਮੀਠੀ, ਜਦੋਂ ਪਤਾ ਲੱਗ ਜਾਂਦਾ ਇਸ ਜੀਵ ਨੂੰ ਕਿ ਜਿਹੜੀ ਮਾਇਆ ਹੈ, ਇਹ ਤਾਂ ਬੜੀ ਖੋਟੀ ਚੀਜ਼ ਹੈ, ਤਾਂ ਉਸ ਦੇ ਅੰਦਰ ਜਦੋਂ ਨਾਮ ਦੀ ਭੁੱਖ ਪੈਦਾ ਹੋ ਜਾਂਦੀ ਹੈ, ਮਨ ਤਨ ਲਾਗੈ ਹੋਏ ਕਹਿ ਮਿੱਠੀ, ਗੁਰ ਪ੍ਰਸਾਦ ਮੈਂ ਖੋਟੀ ਡਿੱਠੀ, ਫਿਰ ਉਹਦੇ ਉੱਤੇ ਗੁਰ ਦੀ ਕਿਰਪਾ ਹੁੰਦੀ ਹੈ।
ਗੁਰ ਪਰਸ ਆਦ, ਉਹ ਆਪਣੇ ਜਦੋਂ ਮੂਲ ਨੂੰ ਪਰਸ ਲੈਂਦਾ ਹੈ, ਦਰਸ਼ਨ ਪਰਸੀ ਹੈ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਮੈਂ ਖੋਟੀ ਡਿੱਠੀ, ਫੇਰ ਕਹਿੰਦਾ ਮੈਨੂੰ ਪਤਾ ਲੱਗਿਆ ਵੀ ਆ ਜਿਹੜੀ ਮਾਇਆ ਸੀ ਇਹ ਖੋਟੀ ਸੀ, ਇਹ ਨਹੀਂ ਮੇਰੇ ਕੰਮ ਦੀ ਹੈਗੀ। ਉਦੋਂ ਪਤਾ ਲੱਗਦਾ, ਪਹਿਲਾਂ ਨਹੀਂ ਪਤਾ ਲੱਗਦਾ। ਜਦੋਂ ਗੁਰ ਪ੍ਰਸਾਦ ਹੁੰਦੀ ਹੈ, ਜਿੰਨਾ ਚਿਰ ਗੁਰ ਪ੍ਰਸਾਦ ਹੈ ਮੇਰੇ ਮਨਾ ਤੇਰੇ ਉੱਤੇ ਨਹੀਂ ਹੁੰਦੀ, ਉਨਾ ਚਿਰ ਤੈਨੂੰ ਮਾਇਆ ਚੰਗੀ ਲੱਗੂ। ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਕਤ ਕੀ ਵਿਦ ਨੈਨੋ ਨੀਠੀ। ਉਨਾ ਚਿਰ ਅੰਮ੍ਰਿਤ ਕੌੜਾ ਲੱਗੂਗਾ, ਸੱਚ ਕੌੜਾ ਲੱਗਦਾ ਹੈ। ਆਪਣੇ ਆਪ ਨੂੰ ਜਾਣਨਾ ਹੀ ਬਹੁਤ ਔਖਾ ਹੈ। ਆਪਣੇ ਆਪ ਨੂੰ ਜਾਣਨਾ ਹੀ ਸੱਚ ਹੈ। ਸਵੈਮ ਆਪਣੇ ਅੰਦਰ ਝਾਤੀ ਮਾਰਨੀ, ਆਪਣੇ ਗਿਰੀਬਾਨ ਵਿੱਚ ਝਾਕਣਾ ਹੀ ਸੱਚ ਹੈ, ਦੂਜੇ ਦੇ ਨਹੀਂ ਹੈ। ਆਪਨੜੇ ਗਿਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਜੇ ਤੂੰ ਆਪਣੇ ਆਪ ਨੂੰ ਜਾਣਦਾ ਵੀ ਮੈਂ ਕਿੰਨਾ ਮੈਲਾ, ਮੇਰੇ ਅੰਦਰ ਕਿੰਨੀਆਂ ਵਾਸ਼ਨਾਵਾਂ ਨੇ, ਕਿੰਨੇ ਵਿਕਾਰ ਨੇ, ਲੋਕਾਂ ਨੂੰ ਮੈਂ ਐਂ ਕਰ ਕਰਕੇ ਦਿਖਾਉਣਾ, ਉਹ ਕੀ ਫਾਇਦਾ ਉਹਨਾਂ ਦਾ। ਲੋਕਾਂ ਨੂੰ ਸਿਆਣਪ ਭਰੀਆਂ ਗੱਲਾਂ ਦੱਸਣੀਆਂ, ਲੋਕਾਂ 'ਚ ਚੰਗੇ ਚੰਗੇ ਸ਼ਬਦ ਵਰਤਣੇ, ਚੰਗੀ ਚੰਗੀਆਂ ਵਿਚਾਰਾਂ ਦੇਣੀਆਂ, ਇਹ ਮੇਰੇ ਮਨਾਂ ਕੋਈ ਫਾਇਦਾ ਨਹੀਂ ਹੈ। ਪਰ ਤੂੰ ਆਪਣੇ ਆਪ ਤਾਂ ਦੇਖ ਵੀ ਤੇਰੇ ਅੰਦਰ ਕੀ ਹੈ, ਕਿਉਂਕਿ ਉਹ ਤਾਂ ਸਾਹਿਬ ਦਾ ਹਿਰਦੇ 'ਚ ਬੈਠਾ, ਉਹਦਾ ਸਭ ਕੁਝ ਜਾਣਦਾ, ਉਹਨੇ ਤਾਂ ਫੈਸਲਾ ਕਰਨਾ। ਮਨ ਤਨ ਲਾਗੈ ਹੋਏ ਕਹਿ, ਜਦੋਂ ਮਨ ਤਨ ਦੇ ਅੰਦਰ ਜਾਂਦਾ, ਆਪਣੇ ਮੂਲ ਨਾਲ ਜੁੜਦਾ, ਫੇਰ ਇਹਨੂੰ ਪਤਾ ਲੱਗਦਾ ਕਿ ਇਹ ਤਾਂ ਸਾਰਾ ਕੁਝ ਹੀ ਝੂਠ ਹੈ, ਇਹ ਖੋਟੀ ਚੀਜ਼ ਹੈ। ਫਿਰ ਇਹ ਖੋਟੀ ਚੀਜ਼ ਨੂੰ ਛੱਡਦਾ, ਫਿਰ ਇਹ ਸੱਚੀ ਚੀਜ਼ ਹੈ, ਜਿਹੜਾ ਹੁਕਮ ਹੈ ਉਹਨੂੰ ਪ੍ਰਾਪਤ ਕਰਨਾ ਚਾਹੁੰਦਾ। ਸੋ ਇਹ ਮੇਰੇ ਮਨਾ ਪਾਤਸ਼ਾਹ ਬਾਰ-ਬਾਰ ਤੈਨੂੰ ਸਮਝਾਉਣਾ ਚਾਹੁੰਦੇ ਹੈ ਕਿ ਸੈਸ ਸਿਆਣਪਾ ਲੱਖ ਹੋਇਆ ਤਾਂ ਇੱਕ ਨਾ ਚੱਲੇ ਨਾਲ, ਕਿ ਜਿੰਨੀਆਂ ਵੀ ਇਹ ਸੰਸਾਰ ਦੇ ਅੰਦਰ ਤੂੰ ਸਿਆਣਪਾਂ ਪ੍ਰਾਪਤ ਕਰਦਾ ਹੈ, ਜਿੰਨੀਆਂ ਵੀ, ਇਹਨਾਂ 'ਚੋਂ ਜਿੰਨਾ ਮਰਜ਼ੀ ਤੂੰ ਬੁੱਝ ਕੇ ਦੇਖ ਲੈ, ਵੀ ਇੱਕ ਵੀ ਨਾ ਤੇਰੇ ਨਾਲ ਨਹੀਂ ਜਾਣਾ। ਜਿਸ ਨੂੰ ਖੁਆਏ ਕਰਤਾ ਖੁਸ ਲੈ ਚੰਗਿਆਈ, ਚੰਗਿਆਈਆਂ ਖੁੱਸ ਜਾਂਦੀਆਂ ਨੇ, ਸੰਸਾਰ ਦੀਆਂ ਚੰਗਿਆਈਆਂ ਕਿਸੇ ਕੰਮ ਨਹੀਂ ਆਉਂਦੀਆਂ। ਹਾਂ, ਸੰਸਾਰ ਵਿੱਚ ਜਿੰਨਾ ਚਿਰ ਵਿਚਰਨਾ, ਸੰਸਾਰ ਦੇ ਅੰਦਰ ਹੈ ਮੇਰੇ ਮਨਾਂ, ਜਿੰਨਾ ਚਿਰ ਤੇਰੇ ਕੋਲ ਮਨੁੱਖਾ ਦੇਹੀ ਹੈ, ਇਹਦੇ ਵਿੱਚ ਵਿਚਰਨਾ, ਉਦੋਂ ਚੰਗੇ ਕੰਮ ਜ਼ਰੂਰ ਕਰਨੇ, ਸਮਾਜਿਕ ਕੰਮ ਵੀ ਕਰਨਾ, ਪਰ ਸਮਾਜਿਕ ਕੰਮਾਂ ਦੇ ਵਿੱਚ ਫਸਣਾ ਨਹੀਂ ਹੈ, ਕਰਨੇ ਜ਼ਰੂਰ ਨੇ। ਸਮਾਜ ਵਿੱਚ ਰਹਿਣਾ, ਸਮਾਜ ਦੀਆਂ ਪ੍ਰਕਿਰਿਆਵਾਂ ਨੂੰ ਵੀ ਬਾਚਣਾ, ਸਮਾਜ ਦੇ ਕੰਮਾਂ ਨੂੰ ਵੀ ਬਾਚਣਾ, ਪਰ ਉਹਦੇ ਵਿੱਚ ਫਸਣਾ ਨਹੀਂ। ਜੇ ਤੂੰ ਉਹ 'ਚ ਫਸ ਗਿਆ, ਫਿਰ ਤੂੰ ਅਸਲੀ ਕੰਮ ਛੱਡੇਂਗਾ, ਫਿਰ ਤੇਰਾ ਆਪਣਾ ਕੰਮ ਰਹਿ ਜਾਣਾ। ਪਾਤਸ਼ਾਹੀਆਂ ਨੇ ਵੀ ਸਮਾਜ ਦੇ ਲੋਕਾਂ ਨੂੰ ਸੇਧ ਦਿੱਤੀ ਹੈ, ਜਿਨ੍ਹਾਂ ਦੇ ਅੰਦਰ ਬ੍ਰਹਮ ਦੀ ਭੁੱਖ ਨਹੀਂ ਸੀ, ਨਾਮ ਦੀ ਭੁੱਖ ਨਹੀਂ ਸੀ, ਉਹਨਾਂ ਨੂੰ ਸਮਾਜ ਦੀ ਸਿੱਖਿਆ ਜ਼ਰੂਰ ਦਿੱਤੀ, ਪਰ ਆਪ ਵਿੱਚ ਨਹੀਂ ਆਏ। ਆਪ ਨਹੀਂ ਉਹ ਸਮਾਜਿਕ ਕੰਮਾਂ ਦੇ ਵਿੱਚ ਆਏ, ਨਾ ਉਹਨਾਂ ਨੇ ਕੋਈ ਸਮਾਜਿਕ ਕੰਮ ਕੀਤਾ। ਉਹਨਾਂ ਨੇ ਪਰਮਾਰਥ ਦੀ ਗੱਲ ਕੀਤੀ ਹੈ, ਹੁਕਮ ਦੀ ਗੱਲ ਕੀਤੀ ਹੈ, ਸੱਚ ਦੀ ਗੱਲ ਕੀਤੀ ਹੈ, ਨਿਆਂ ਦੀ ਗੱਲ ਕੀਤੀ ਹੈ, ਹੱਕ ਦੀ ਗੱਲ ਕੀਤੀ ਹੈ, ਈਮਾਨ ਦੀ ਗੱਲ ਕੀਤੀ ਹੈ। ਉਹ ਸਾਰਾ ਕੁਝ ਹੀ ਆਤਮਿਕ ਲੈਵਲ ਤੇ ਹੈ, ਸਰੀਰਕ ਲੈਵਲ ਤੇ ਨਹੀਂ ਹੈ। ਸਰੀਰਕ ਲੈਵਲ ਤੇ ਉਹਨਾਂ ਨੇ ਉਪਦੇਸ਼ ਦਿੱਤਾ ਵੀ ਭਾਈ ਚੰਗੇ ਕੰਮ ਕਰੋ, ਜਿਹੜੇ ਸੰਸਾਰ ਦੇ ਵਿੱਚ ਵੀ ਚੰਗੇ ਸੰਸਾਰ ਵਿੱਚ ਵੀ ਚੰਗਾ ਖਾਓ, ਜੋ ਤੁਹਾਡੇ ਸਰੀਰ ਨੂੰ ਸਹੀ ਰੱਖੇ। ਸਰੀਰ ਦੇ ਲਈ ਸਹੀ ਕੱਪੜਾ ਪਹਿਰੋ, ਜਿਹੜਾ ਤੁਹਾਡੇ ਸਰੀਰ ਨੂੰ ਸੁਖਦਾਇਕ ਹੋਵੇ। ਇਹ ਸਮਾਜਿਕ ਸਿੱਖਿਆ ਜ਼ਰੂਰ ਦਿੱਤੀ, ਪਰ ਇਹ 'ਚ ਫਸੇ ਨਹੀਂ ਹੈ। ਇਹੀ ਤਾਂ ਇੱਕ ਗੁਰਮੁਖ ਦੀ ਨਿਸ਼ਾਨੀ ਹੈ। ਨਹੀਂ ਤਾਂ ਉਹ ਵੀ ਇੱਥੇ ਸੰਸਾਰੀ ਰਾਜ ਕਾਇਮ ਕਰ ਸਕਦੇ ਸੀ, ਨਹੀਂ ਕੀਤਾ, ਕਿਉਂਕਿ ਉਹਨਾਂ ਨੂੰ ਨਿਰਾਕਾਰੀ ਰਾਜ ਦੀ ਸੋਝੀ ਸੀ। ਉਹਨਾਂ ਨੂੰ ਪਤਾ ਸੀ ਵੀ ਰਾਜੇ ਤਾਂ ਅਸੀਂ ਹੈਗੇ ਹੀ ਹੈਗੇ, ਰਾਜਾ ਤਾਂ ਜੀਵ ਹੈਗਾ ਹੀ ਹੈਗਾ, ਬਸ ਸੁੱਤਾ ਪਿਆ, ਜਦੋਂ ਸੁੱਤਾ ਪਿਆ ਜਾਗੂਗਾ ਤਾਂ ਫਿਰ ਰਾਜਾ ਹੀ ਹੈ ਨਾ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ ਹੋਈ ਹੈ, ਸੁਪਨਾ ਛੱਡਿਆ ਤੇ ਰਾਜਾ। ਸੰਸਾਰੀ ਰਾਜ ਨਹੀਂ ਹੈ,
ਇਹ ਜਿੰਨਾ ਵੀ ਸੰਸਾਰ ਜਿਹਨੂੰ ਅਸੀਂ ਹੇ ਮੇਰੇ ਮਨਾ ਤੂੰ ਰਾਜ ਵਿਭਾਗ ਮੰਨਦਾ, ਇਹ ਰਾਜ ਨਹੀਂ ਹੈ ਅਸਲ ਵਿੱਚ, ਇਹ ਸੁਪਨੇ ਦੇ ਵਿੱਚ ਹੀ ਬਹੁਤ ਵੱਡਾ ਬੁੜਾਵਾ ਹੈ। ਕੋਈ ਬੰਦਾ ਸੁਪਨੇ ਦੇ ਵਿੱਚ ਬਹੁਤ ਉੱਚੀ ਉੱਚੀ ਬੋਲਣ ਲੱਗ ਜਾਵੇ ਤਾਂ ਨਾਲ ਦੇ ਬੰਦੇ ਵੀ ਘਬਰਾ ਜਾਂਦੇ ਵੀ ਪਤਾ ਨਹੀਂ ਕੀ ਹੋ ਗਿਆ। ਇਸੇ ਤਰ੍ਹਾਂ ਹੀ ਜਿਹੜੇ ਮਨੁੱਖ ਇੰਨੀ ਉੱਚੀ ਉੱਚੀ ਬੋਲਦੇ ਆ, ਇਹ ਸੁਪਨੇ ਦੇ ਵਿੱਚ ਉੱਚੀ ਉਹ ਬੋਲਦੇ, ਆਮ ਲੋਕ ਡਰ ਜਾਂਦੇ ਆ। ਪਰ ਗੁਰਮੁਖ ਨਹੀਂ ਡਰਦਾ, ਕਿਉਂਕਿ ਗੁਰਮੁਖ ਤਾਂ ਜਾਗਦਾ ਹੁੰਦਾ, ਜਾਗਦੇ ਨੂੰ ਤਾਂ ਪਤਾ ਵੀ ਸੁੱਤਾ ਪਿਆ ਬੋਲਦਾ, ਮੇਰਾ ਕੀ ਕਰ ਲੂਗਾ। ਇਸੇ ਕਰਕੇ ਗੁਰਮੁਖਾਂ ਨੂੰ ਇਹ ਡਲਾ ਨਹੀਂ ਸਕਿਆ ਸੰਸਾਰ। ਤਾਂ ਹੀ ਪਾਤਸ਼ਾਹ ਨੇ ਕਿਹਾ ਸੀ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਕਿ ਤਾਂ ਮੂਰਖ ਨੇ, ਮੂਰਖ ਬੰਦਾ ਸਿਆਣੇ ਦਾ ਕੀ ਵਿਗਾੜ ਦੂਗਾ, ਕੁਛ ਨਹੀਂ ਕਰ ਸਕਦਾ। ਸੋ ਹੇ ਮੇਰੇ ਮਨਾ, ਜਿਹੜੀਆਂ ਸੰਸਾਰੀ ਸਿਆਣਪਾਂ ਨੇ ਉਹ ਸੰਸਾਰ 'ਚ ਹੀ ਰਹਿ ਜਾਣਗੀਆਂ। ਸੰਸਾਰੀ ਲੋਕ ਹੀ ਉਹਦੀ ਸ਼ੋਭਾ ਕਰਨਗੇ, ਨਿਰਾਕਾਰੀ ਲੋਕ ਨਹੀਂ ਸ਼ੋਭਾ ਕਰਦੇ। ਗੁਰਬਾਣੀ 'ਚ ਕਿਸੇ ਵੀ ਸੰਸਾਰੀ ਰਾਜੇ ਦੀ ਸਿਫਤ ਨਹੀਂ ਕੀਤੀ ਗਈ। ਜਿਹਦੇ ਕੋਲ ਸਭ ਤੋਂ ਵੱਧ ਧਨ ਸੀ, ਜਿਹੜਾ ਸਭ ਤੋਂ ਵੱਡਾ ਗਿਆਨਵਾਨ ਪੰਡਤ ਆਪਣੇ ਆਪ ਨੂੰ ਕਹਾਉਂਦਾ ਸੀ, ਗੁਰਬਾਣੀ ਨੇ ਤਾਂ ਉਹਨਾਂ ਦੀ ਵੀ ਵਡਿਆਈ ਨਹੀਂ ਕੀਤੀ। ਬ੍ਰਾਹਮਣ ਆਪਣੇ ਆਪ ਨੂੰ ਗੁਰੂ ਕਹਾਉਂਦਾ ਸੀ, ਗੁਰਬਾਣੀ ਨੇ ਉਹਨੂੰ ਵੀ ਰੱਦ ਕਰਤਾ ਵੀ ਤੂੰ ਗੁਰੂ ਵੀ ਨਹੀਂ ਹੈ, ਤੂੰ ਤਾਂ ਇੱਕ ਮੂਰਖ ਹੈ। ਪੰਡਤ ਸੂਰ ਛਤਰਪਤ ਰਾਜਾ, ਇਹ ਚਾਰੇ ਸ਼੍ਰੇਣੀਆਂ ਸਭ ਤੋਂ ਵੱਡੀਆਂ ਨੇ ਇਸ ਭਵ ਸਾਗਰ ਦੇ ਅੰਦਰ। ਪੰਡਤ ਹੋਵੇ ਭਾਵੇਂ ਭਾਵੇਂ ਆਪਣੇ ਆਪ ਨੂੰ ਕੋਈ ਸੂਰਮਾ ਕਹਾਉਂਦਾ ਹੋਵੇ, ਛਤਰਪਤੀ ਹੋਵੇ, ਰਾਜਾ ਹੋਵੇ, ਭਗਤ ਬਰਾਬਰ ਹਾਰ ਨਾ ਕੋਈ। ਕਹਿੰਦੇ ਭਗਤ ਦੇ ਬਰਾਬਰ ਨਹੀਂ ਹੈਗੇ, ਭਗਤ ਤੋਂ ਬਹੁਤ ਥੱਲੇ ਆ। ਭਗਤ ਦੇ ਮੂਹਰੇ ਤਾਂ ਕੰਬਣ ਲੱਗ ਜਾਂਦੇ ਆ। ਹਾਲੇ ਭਗਤ ਕੋਲ ਕੋਈ ਹਥਿਆਰ ਨਹੀਂ, ਕੋਈ ਉਹਦੇ ਕੋਲ ਲੌ ਲਸ਼ਕਰ ਨਹੀਂ, ਕੋਈ ਫੌਜ ਨਹੀਂ, ਕੱਲਾ ਭਗਤ ਹੁੰਦਾ। ਸਭ ਤੋਂ ਸ੍ਰੇਸ਼ਟ ਹੈ ਭਗਤ, ਬਾਕੀ ਸਭ ਥੱਲੇ ਹੈ। ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਏ। ਕਬੀਰ ਸਾਹਿਬ ਜੀ ਕਹਿੰਦੇ ਤੂੰ ਸੰਸਾਰੀਆਂ ਦਾ ਤਾਂ ਗੁਰੂ ਹੋਵੇਂਗਾ, ਪਰ ਸਾਡਾ ਤਾਂ ਗੁਰ ਵੀ ਨਹੀਂ ਹੈਗਾ। ਭਾਵ ਕਿ ਸਾਡੇ ਵਾਲਾ ਤਾਂ ਤੇਰੇ ਕੋਲ ਗਿਆਨ ਹੀ ਹੈ ਨਹੀਂ, ਸਾਡੇ ਵਾਲੀ ਸੋਝੀ ਵੀ ਤੇਰੇ ਕੋਲ ਨਹੀਂ ਹੈਗੀ। ਗੁਰੂ ਤਾਂ ਬਣਨਾ ਤਾਂ ਸਾਡਾ ਬਹੁਤ ਵੱਡੀ ਗੱਲ ਹੈ, ਕਿਉਂਕਿ ਸੰਸਾਰ 'ਚ ਗੁਰੂ ਨਹੀਂ ਹੁੰਦਾ। ਗੁਰੂ ਪਰਮੇਸ਼ਰ ਹੀ ਹੈ, ਅਕਾਲ ਪੁਰਖ ਹੀ ਹੈ, ਹੁਕਮ ਹੈ। ਗੁਰੂ ਇੱਕੋ ਹੀ ਹੁੰਦਾ, ਗੁਰੂ ਬਹੁਤੇ ਨਹੀਂ ਹੁੰਦੇ। ਬਹੁਤੇ ਸੇਵਕ ਹੁੰਦੇ ਹੈ, ਦਾਸ ਹੁੰਦੇ ਹੈ। ਸਾਰੀ ਸ੍ਰਿਸ਼ਟੀ ਦਾਸ ਹੈ ਪਰਮੇਸ਼ਰ ਦੀ, ਸੇਵਕ ਨੇ ਸਾਰੇ। ਸਾਰੇ ਉਹਦੇ ਅੱਗੇ ਹੱਥ ਜੋੜੀ ਖੜੇ ਹੈ, ਝੁਕੇ ਖੜੇ ਹੈ। ਹਰ ਕੋਈ ਉਹਦੀ ਪ੍ਰਸੰਨਤਾ ਚਾਹੁੰਦਾ ਹੈ। ਸੋ ਪ੍ਰਸੰਨਤਾ ਪ੍ਰਾਪਤ ਉਹਨੂੰ ਹੁੰਦੀ ਹੈ ਜਿਹੜਾ ਸਿਆਣਪਾ ਛੱਡ ਦਿੰਦਾ ਹੈ। ਸੋ ਹੇ ਮੇਰੇ ਮਨਾ, ਸੰਸਾਰੀ ਸਿਆਣਪਾਂ ਨੂੰ ਛੱਡ ਕੇ ਨਿਰਾਕਾਰੀ ਜਿਹੜੀ ਸੋਝੀ ਹੈ, ਆਤਮਿਕ ਉਸ ਗਿਆਨ ਹੈ, ਉਹਨੂੰ ਪ੍ਰਾਪਤ ਕਰ ਤਾਂ ਕਿ ਤੇਰਾ ਜੀਵਨ ਸਫਲ ਹੋ ਸਕੇ। ਤੇ ਜੇ ਨਿਰਾਕਾਰੀ ਸੋਝੀ ਨਾ ਆਈ, ਫਿਰ ਇਸ ਭਵ ਸਾਗਰ ਦੇ ਅੰਦਰ ਹੀ ਗੋਤੇ ਖਾਵੇਂਗਾ। ਇੱਥੋਂ ਤੈਨੂੰ ਫਿਰ ਕੋਈ ਕੱਢ ਨਹੀਂ ਸਕਦਾ। ਆਹ ਤੇਰੇ ਕੋਲ ਲਾਸਟ ਵਾਰੀ ਹੈ। ਪਹੀ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇੱਥੋਂ ਤੱਕ ਕਿ ਅੱਜ ਦੀ ਵਿਚਾਰ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ ਗਈ ਹੈ। ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਤਾਂ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ